ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰ ਦਾਤਾ ਗੁਰ ਹਿਵੈ ਘਰ ਗੁਰ ਦੀਪਕ ਤਿਹੁ ਲੋਇ ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਆਦਿ ਗੁਰਏ ਨਮః ਜੁਗਾਦਿ ਗੁਰਏ ਨਮঃ। ਸਤਿਗੁਰ ਏ ਨਮః ਸ੍ਰੀ ਗੁਰੁਦੇਵ ਏ ਨਮঃ। ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ। ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਰ। ਕੀਨੇ RAM ਨਾਮ ਇਕ ਆਖਰ। ਕਿਨਕਾ ਏਕ ਜਿਸ ਜੀ ਵਸਾਵੈ। ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ। ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੈ ਮਨ ਬਿਸਰਾਮ। ਰਹਾਉ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਆਦਿ ਗੁਰ ਏ ਨਮః ਜੁਗਾਦਿ ਗੁਰ ਏ ਨਮঃ। ਸਤਿਗੁਰ ਏ ਨਮঃ ਸ੍ਰੀ ਗੁਰੁਦੇਵ ਏ ਨਮঃ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਨੂੰ ਗੁਰਬਾਣੀ ਦੀ ਲੜੀਵਾਰ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ, ਜਿਨ੍ਹਾਂ ਦੀ ਮਹਿਮਾ ਅਪਰੰਪਾਰ ਹੈ। ਮਥੁਰਾ ਭੱਟ ਜੀ ਲਿਖਦੇ ਹਨ, ਤਰਨ ਗਗਨ ਨਵ ਖੰਡ ਮਹਿ। ਜੋਤ ਸਵੈਰੂਪੀ ਰਹਿਓ ਪਰ। ਪਣ ਮਥੁਰਾ ਕਛ ਭੇਦ ਨਹੀਂ। ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਹਰਾ ਸਰੂਪ ਹਨ। ਨਿਰਗੁਣ ਤੇ ਸਰਗੁਣ ਥੀਆ। ਜੇ ਕਿਸੇ ਨੇ ਉਸ ਨਿਰਗੁਣ ਦੇ ਸਰਗੁਣ ਰੂਪ ਦੇ ਦੀਦਾਰ ਕਰਨੇ ਹੋਣ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਦਾਰ ਕਰ ਲਵੋ ਤਾਂ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਸਕਦੇ ਹਨ। ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਦੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਬਿਰਾਜਮਾਨ ਹੈ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਹਾਂ, ਜੋ ਸਭ ਤੋਂ ਵੱਡੇ ਪਰਉਪਕਾਰ ਸਤਿਗੁਰੂ ਨੇ ਕੀਤੇ, ਉਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਐਸਾ ਸਰਵੋਤਮ ਰਾਜ ਤੀਰਥ ਬਖਸ਼ਿਸ਼ ਕੀਤਾ, ਜਿਸ ਦੀ ਬਾਬਤ
ਬਾਣੀ ਵਿੱਚ ਲਿਖਿਆ ਹੈ, ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਬਸਦੀ ਸਗਨੇ ਆਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਪਾਵਨ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ, ਜਿਸ ਨੂੰ ਸਾਰੇ ਤੀਰਥਾਂ ਦਾ ਰਾਜਾ ਆਖਿਆ ਜਾਂਦਾ ਹੈ, ਇਸ ਪਾਵਨ ਅੰਮ੍ਰਿਤਸਰ ਸਰੋਵਰ ਦੀ ਸਥਾਪਨਾ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਦੁਆਰਾ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ। ਦੂਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅੰਮ੍ਰਿਤਸਰ ਸਰੋਵਰ ਦੇ ਐਨ ਵਿਚਕਾਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ, ਜਿਸ ਨੂੰ ਇਸ ਮਾਤ ਲੋਕ ਦਾ ਸੱਚਖੰਡ ਵੀ ਆਖਿਆ ਜਾਂਦਾ ਹੈ। ਹਰਦਾਸ ਕਵੀ ਨੇ ਲਿਖਿਆ ਹੈ, ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰ ਹਰਦਾਸ, ਗੌਰਾ ਸੋ ਧਰਨੀ ਰਹਿਓ ਹੌਰਾ ਚੜ੍ਹਿਓ ਆਕਾਸ਼। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰਹਿਣ ਦੇ ਲਈ ਪਹਿਲਾਂ ਤਾਂ ਇੱਕੋ ਹੀ ਘਰ ਸੀ, ਫਿਰ ਦੂਸਰਾ ਘਰ ਵੀ ਬਣਾਇਆ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਉਸ ਅਕਾਲ ਪੁਰਖ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਮੈਨੂੰ ਕਿਹੜੇ ਘਰ ਦੇ ਵਿੱਚ, ਕਿਹੜੇ ਹਰੀ ਮੰਦਰ ਵਿੱਚ ਰਹਿਣਾ ਚਾਹੀਦਾ ਹੈ। ਉਸਨੇ ਦੋਹਾਂ ਨੂੰ ਤਰਾਜੂ ਤੇ ਧਰ ਕੇ ਤੋਲਿਆ। ਜਿਹੜਾ ਗੌਰਾ ਸੀ, ਭਾਰੀ ਅਜ਼ਮਤ ਵਾਲਾ ਸੀ, ਉਹ ਤਾਂ ਇਸ ਧਰਤੀ ਤੇ ਰਹਿ ਗਿਆ, ਤੇ ਜਿਹੜਾ ਹੌਲਾ ਸੀ ਉਹ ਆਕਾਸ਼ ਵਿੱਚ ਚਲਿਆ ਗਿਆ। ਭਾਵ ਬੈਕੁੰਠ ਦੇ ਨਾਲੋਂ ਵੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਮਹਾਨ ਹੈ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੂਸਰਾ ਮਹਾਨ ਪਰਉਪਕਾਰ ਕੀਤਾ ਹੈ। ਤੀਸਰਾ ਪਰਉਪਕਾਰ ਜੋ ਸਤਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤਾ ਹੈ, ਉਸ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੋਈ ਮੂਰਤੀਆਂ ਦੀ ਸਥਾਪਨਾ ਨਹੀਂ ਕੀਤੀ, ਜਾਂ ਕਿਸੇ ਸਾਖੀ ਪੂਜਾ ਨੂੰ ਗੁਰੂ ਮਹਾਰਾਜ ਨੇ ਆਰੰਭ ਨਹੀਂ ਕੀਤਾ। ਆਪ ਗੁਰਤਾ ਗੱਦੀ ਤੇ ਬੈਠ ਕੇ ਪੂਜਾ ਨਹੀਂ ਕਰਵਾਈ। ਸਭ ਤੋਂ ਵੱਡਾ ਪਰਉਪਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਹੈ ਕਿ ਉਸ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਉਹ ਸੱਚਖੰਡ ਧਾਮ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਸ਼ਬਦ ਗੁਰੂ ਦਾ ਸਤਿਕਾਰ ਕੀਤਾ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਭ ਤੋਂ ਵੱਡਾ ਪਰਉਪਕਾਰ ਹੈ ਕਿ ਉਹਨਾਂ ਨੇ ਸਾਖੀ ਪੂਜਾ ਦੇ ਨਾਲੋਂ, ਮੂਰਤੀ ਪੂਜਾ ਦੇ ਨਾਲੋਂ ਸਿੱਖਾਂ ਨੂੰ ਹਟਾ ਕੇ ਬਾਣੀ ਗੁਰੂ ਦੇ ਨਾਲ, ਸ਼ਬਦ ਗੁਰੂ ਦੇ ਨਾਲ, ਗਿਆਨ ਗੁਰੂ ਦੇ ਨਾਲ ਜੋੜਿਆ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਭ ਤੋਂ ਵੱਡਾ ਪਰਉਪਕਾਰ ਹੈ। ਹੁਣ ਇਹ ਗੁਰਬਾਣੀ ਇੱਕ ਐਸੀ ਅਮੋਲਕ ਦਾਤ ਹੈ, ਜਿਸ ਵਰਗੀ ਹੋਰ ਦੁਨੀਆ ਵਿੱਚ ਕੋਈ ਦਾਤ ਨਹੀਂ ਹੋ ਸਕਦੀ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਤਾਂ ਉਸ ਵੇਲੇ ਜਿੰਨੇ ਵੀ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸੀ, ਚਾਹੇ ਉਹ ਗੋਇੰਦਵਾਲ ਸਾਹਿਬ ਜੀ ਦੀ ਅੰਦਰ ਪੋਥੀਆਂ ਦੇ ਰੂਪ ਦੇ ਵਿੱਚ ਬਾਬਾ ਮੋਹਨ ਜੀ ਦੇ ਪਾਸ ਸੀ, ਚਾਹੇ ਕਿਸੇ ਹੋਰ ਗੁਰਸਿੱਖ ਮਾਈ ਭਾਈ ਦੇ ਕੋਲ ਸੀ, ਉਹ ਸਾਰੀ ਬਾਣੀ ਨੂੰ ਗੁਰੂ ਮਹਾਰਾਜ ਨੇ ਸੰਕਲਿਤ ਕਰਵਾਇਆ ਤੇ ਆਪਣੇ ਪਾਸ ਮੰਗਵਾ ਕੇ ਉਹਨੂੰ ਪੜ੍ਹਿਆ, ਵਿਚਾਰਿਆ, ਘੋਖਿਆ, ਨਿਰਖਿਆ ਤੇ ਪਰਖਿਆ। ਜਿਹੜੀ ਸਤਿਗੁਰੂ ਮਹਾਰਾਜ ਨੂੰ ਪਵਿੱਤਰ ਬਾਣੀ, ਗੁਰੂ ਦੀ ਬਾਣੀ ਪ੍ਰਤੀਤ ਹੋਈ, ਤੇ ਉਸ ਬਾਣੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਮਹਾਰਾਜ ਨੇ ਲਿਖਵਾਇਆ।
ਇਹ ਸਤਿਗੁਰੂ ਦਾ ਬਹੁਤ ਵੱਡਾ ਪਰਉਪਕਾਰ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਸਤਿਗੁਰੂ ਸਾਹਿਬਾਨ ਦੀ ਬਾਣੀ ਲਿਖਵਾਰੇ ਸਨ ਤਾਂ ਉਸ ਵੇਲੇ ਨਾਲ ਨਾਲ ਸਤਿਗੁਰੂ ਨੇ ਆਪ ਵੀ ਬੇਅੰਤ ਬਾਣੀ ਉਚਾਰਨ ਕੀਤੀ ਤੇ ਉਸ ਬਾਣੀ ਨੂੰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਦੀ ਨਾਲ ਲਿਖਵਾਉਂਦੇ ਰਹੇ। ਕੁਝ ਵਿਸ਼ੇਸ਼ ਬਾਣੀਆਂ ਵੀ ਗੁਰੂ ਮਹਾਰਾਜ ਨੇ ਆਪਣੇ ਵੱਲੋਂ ਉਚਾਰਨ ਕੀਤੀਆਂ। ਜਿਵੇਂ ਆਪ ਸੰਗਤਾਂ ਪਹਿਲਾਂ 52 ਅੱਖਰੀ ਬਾਣੀ ਦੀ ਵਿਚਾਰ ਸਰਵਣ ਕਰ ਚੁੱਕੇ ਹੋ। 52 ਅੱਖਰੀ ਬਾਣੀ ਸੰਪੂਰਨ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 52 ਅੱਖਰੀ ਬਾਣੀ ਲਿਖਵਾ ਕੇ ਤੇ ਇਸ ਨੂੰ ਸੰਪੂਰਨ ਕਰਕੇ ਸ਼ਾਮ ਦੇ ਵਕਤ ਆਪਣੇ ਆਰਾਮ ਅਸਥਾਨ ਤੰਬੂ ਵਿੱਚ ਜਾ ਰਹੇ ਸਨ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਲੋੜ ਅਨੁਸਾਰ ਲੰਗਰ ਛਕਿਆ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਆਸਣ ਤੇ ਜਾ ਕੇ ਬਿਰਾਜਮਾਨ ਹੋਏ ਤਾਂ ਮਨ ਦੇ ਵਿੱਚ ਇੱਕ ਐਸਾ ਖਿਆਲ ਆਇਆ ਹੈ, ਸਮਾਂ ਕਲਯੁਗ ਦਾ ਹੈ, ਸਮਾਂ ਬੜਾ ਭਿਆਨਕ ਹੈ। ਲੋਕਾਂ ਦੇ ਵਿੱਚ ਨਾ ਉਹਨਾਂ ਬਲ ਹੈ, ਨਾ ਬੁੱਧੀ ਹੈ, ਨਾ ਗਿਆਨ ਹੈ, ਨਾ ਇਹਨਾਂ ਕੋਲ ਇੰਨਾ ਧਨ ਹੈ, ਨਾ ਹੋਰ ਸਾਧਨ ਨੇ। ਇਹ ਪਹਿਲੇ ਹੋਰ ਯੁੱਗਾਂ ਵਾਂਗ ਨਾ ਤੇ ਜਗ ਕਰ ਸਕਦੇ ਨੇ, ਨਾ ਜੋ ਕਰ ਸਕਦੇ ਨੇ, ਨਾ ਤੀਰਥਾਂ ਤੇ ਜਾ ਕੇ ਇਸ਼ਨਾਨ ਹੀ ਕਰ ਸਕਦੇ ਨੇ। ਸਾਰਿਆਂ ਵਿੱਚ ਇੰਨੀ ਸਮਰੱਥਾ ਕਿੱਥੇ ਹੈ? ਸਾਹਿਬ ਸਤਿਗੁਰੂ ਮਨ ਵਿੱਚ ਵਿਚਾਰ ਕਰਨ ਲੱਗੇ ਵੀ ਹੁਣ ਕਲਯੁਗ ਦੇ ਲੋਕ ਪਾਪ ਹੀ ਕਰੀ ਜਾਣਗੇ ਤੇ ਫਿਰ ਇਹਨਾਂ ਨੂੰ ਨਰਕਾਂ ਦੇ ਵਿੱਚ ਜਾਣਾ ਪੈ ਸਕਦਾ ਹੈ। ਇਹਨਾਂ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਾਨੂੰ ਕੋਈ ਨਾ ਕੋਈ ਐਸਾ ਸਾਧਨ ਤਿਆਰ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਇਹਨਾਂ ਪਾਪੀ ਜੀਵਾਂ ਦਾ ਕਲਿਆਣ ਹੋ ਸਕੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਮਨ ਵਿੱਚ ਇਹ ਐਸਾ ਖਿਆਲ ਕੀਤਾ ਤੇ ਸਤਿਗੁਰੂ ਮਹਾਰਾਜ ਕੁਝ ਸਮਾਂ ਬਰਾਜੇ, ਅੰਮ੍ਰਿਤ ਵੇਲਾ ਹੋਇਆ। ਉੱਠ ਕੇ ਸਤਿਗੁਰੂ ਨੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਆਪਣੇ ਸਰੂਪ ਦੇ ਧਿਆਨ ਵਿੱਚ ਜੁੜੇ ਤੇ ਜਦੋਂ ਬਾਣੀ ਲਿਖਣ ਦਾ ਸਮਾਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਸਤਿਗੁਰੂ ਦੇ ਪਾਸ ਪਹੁੰਚ ਗਏ, ਕਿਉਂਕਿ ਭਾਈ ਗੁਰਦਾਸ ਜੀ ਲਿਖਾਰੀ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਦੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਬਾਣੀ ਨੂੰ ਲਿਖਦੇ ਸਨ। ਹੁਣ ਜਦੋਂ ਭਾਈ ਗੁਰਦਾਸ ਜੀ ਸਤਿਗੁਰੂ ਦੇ ਪਾਸ ਆਏ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਰਾਤ ਮਨ ਵਿੱਚ ਖਿਆਲ ਆਏ ਸਨ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਵੀ ਸਾਂਝੇ ਕੀਤੇ। ਭਾਈ ਗੁਰਦਾਸ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਤੁਸੀਂ ਤਾਂ ਪਹਿਲਾਂ ਵੀ ਬਹੁਤ ਪਰਉਪਕਾਰ ਕਰ ਰਹੇ ਹੋ। ਦੋਹੇ ਥਾ ਬਾਣੀ ਕਾ ਬੋਹਿ ਥਾ, ਤੁਸੀਂ ਤਾਂ ਬਾਣੀ ਦਾ ਬੋਹਿਥ ਤਿਆਰ ਕਰ ਰਹੇ ਹੋ ਤੇ ਕਿਰਪਾ ਕਰੋ ਕੋਈ ਐਸੀ ਵਿਸ਼ੇਸ਼ ਤੇ ਸੁਖੀਨ ਬਾਣੀ ਉਚਾਰਨ ਕਰੋ ਜਿਸ ਬਾਣੀ ਨੂੰ ਪੜ੍ਹ ਕੇ, ਜਿਸ ਬਾਣੀ ਨੂੰ ਸੁਣ ਕੇ ਹਰ ਮਨੁੱਖ ਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਵੇ ਤੇ ਮਨ ਨੂੰ ਸ਼ਾਂਤੀ ਮਿਲ ਜਾਵੇ। ਇਸ ਢੰਗ ਦੇ ਨਾਲ ਹੀ ਕਲਯੁਗੀ ਜੀਵਾਂ ਦਾ ਉਧਾਰ ਹੋ ਸਕਦਾ ਹੈ। ਤੇ ਜਦੋਂ ਭਾਈ ਗੁਰਦਾਸ ਜੀ ਨੇ ਵੀ ਇਹ ਬੇਨਤੀ ਕੀਤੀ ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਰਾਮਸਰ ਸਾਹਿਬ ਸਰੋਵਰ, ਜਿੱਥੇ ਨੇੜੇ ਹੀ ਤੰਬੂ ਲੱਗੇ ਹੋਏ ਸਨ, ਉਸ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੰਬੂ ਵਿੱਚ ਨਹੀਂ ਗਏ। ਉਸ ਸਰੋਵਰ ਦੇ ਕਿਨਾਰੇ 'ਤੇ ਇੱਕ ਬੇਰੀ ਦਾ ਦਰਖਤ ਸੀ। ਉਹ ਨਿਸ਼ਾਨੀ, ਉਹ ਯਾਦਗਾਰ ਹੁਣ ਵੀ ਮੌਜੂਦ ਹੈ। ਪਰ ਇੱਕ ਗੱਲ ਬੜੀ ਦੁੱਖ ਦੇ ਨਾਲ ਕਹਿਣੀ ਪੈਂਦੀ ਹੈ, ਸਾਡੇ ਕਾਰ ਸੇਵਾ ਵਾਲੇ ਬਾਬੇ, ਠੀਕ ਹੈ, ਭਾਵੇਂ ਉਹ ਬਹੁਤ ਮਹਾਨ ਸੇਵਾ ਗੁਰ ਅਸਥਾਨਾਂ ਦੀ ਕਰਵਾ ਰਹੇ ਹਨ,
ਪਰ ਜਿਹੜੀਆਂ ਸਾਡੀਆਂ ਪੁਰਾਣੀਆਂ ਇਤਿਹਾਸਕ ਯਾਦਗਾਰਾਂ ਨੇ ਉਹਨਾਂ ਨੂੰ ਨਾਲ ਦੀ ਨਾਲ ਮਿਟਾਈ ਵੀ ਜਾ ਰਹੇ ਹਨ। ਇਹ ਇੱਕ ਵੱਡਾ ਦੁਖਾਂਤ ਹੈ, ਇਹ ਇੱਕ ਵੱਡਾ ਸਾਡੇ ਲਈ ਘਾਤਕ ਹਮਲਾ ਹੈ। ਕਿਉਂ? ਜਿਹੜੀਆਂ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨੇ ਉਹਨਾਂ ਨੂੰ ਜਿਉਂ ਦੀ ਤਿਉਂ ਹਮੇਸ਼ਾ ਲਈ ਕਾਇਮ ਰੱਖਣਾ ਸਾਡੇ ਲੀਡਰਾਂ ਦਾ, ਸਾਡੇ ਧਾਰਮਿਕ ਆਗੂਆਂ ਦਾ, ਸਮੂਹ ਪੰਥ ਦਾ ਅਤੇ ਸਮੂਹ ਗੁਰਸਿੱਖ ਸੰਗਤਾਂ ਦਾ ਪਰਮ ਧਰਮ ਬਣ ਜਾਂਦਾ ਹੈ। ਹੁਣ ਇਸ ਵੇਲੇ ਤੱਕ ਤਾਂ ਸਤਿਗੁਰੂ ਦੀ ਕਿਰਪਾ ਹੈ, ਉਹ ਬੇਰੀ ਦਾ ਬਿਰਸ਼ ਔਰ ਉਹਦੇ ਹੇਠਾਂ ਇੱਕ ਛੋਟਾ ਜਿਹਾ ਅਸਥਾਨ ਕਮਰਾ ਬਣਿਆ ਹੋਇਆ ਹੈ, ਜਿਹਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਹੈ। ਕਈ ਵਾਰੀ ਅਖੰਡ ਪਾਠ ਵੀ ਚੱਲਦੇ ਨੇ। ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੀਆਂ ਹਨ, ਜਦੋਂ ਤੁਸੀਂ ਰਾਮਸਰ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹੋ, ਖੱਬੇ ਪਾਸੇ ਸਰੋਵਰ ਹੈ, ਉਸ ਸਰੋਵਰ ਦੇ ਕੰਢੇ ਦੇ ਉੱਤੇ ਉਹ ਬੇਰੀ ਦਾ ਬਿਰਸ਼ ਹੁਣ ਵੀ ਖੜਾ ਹੈ। ਸਤਿਗੁਰੂ ਕਿਰਪਾ ਰੱਖਣ ਉਹ ਯਾਦਗਾਰ ਕਾਇਮ ਰਹਿ ਜਾਵੇ। ਔਰ ਉੱਥੇ ਬੈਠ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ। ਉਸ ਰਾਮਸਰ ਸਾਹਿਬ ਤੀਰਥ ਦੇ ਕੰਢੇ ਤੇ ਬੇਰੀ ਦੇ ਹੇਠਾਂ ਬੈਠ ਕੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਵਿੱਚ ਖਿਆਲ ਆਇਆ, ਜਿਹੜੇ ਵੇਦ ਸ਼ਾਸਤਰ ਸਿਮਰਤੀਆਂ ਨੇ ਉਹ ਇਹ ਗੱਲ ਆਖਦੇ ਨੇ, ਮਨੁੱਖ ਦਿਨ ਰਾਤ ਦੇ 8 ਪਹਿਰਾਂ ਦੇ ਵਿੱਚ 24 ਘੰਟਿਆਂ ਦੇ ਅੰਦਰ 24,000 ਸਵਾਸ ਲੈਂਦੇ, ਔਰ ਉਹਨਾਂ 24,000 ਸਵਾਸਾਂ ਦੀ ਸਫਲਤਾ ਕਿਵੇਂ ਹੋਵੇ, ਕਿਵੇਂ ਇਹਨਾਂ ਜੀਵਾਂ ਦਾ ਭਲਾ ਹੋਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਐਸੀ ਪਵਿੱਤਰ ਬਾਣੀ ਉਚਾਰਨ ਕੀਤੀ, ਜਿਹਦੇ 24 ਸ਼ਲੋਕ ਤੇ 24 ਅਸ਼ਟਪਦੀਆਂ ਉਚਾਰਨ ਕੀਤੀਆਂ, ਔਰ ਇਸ ਬਾਣੀ ਦੇ 24,000 ਅੱਖਰ ਮਹਾਂਪੁਰਖ ਦੱਸਦੇ ਸਨ ਗੁਰੂ ਮਹਾਰਾਜ ਨੇ ਲਿਖੇ। ਤੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ, ਜਿਹੜੇ 24,000 ਸਵਾਸ ਦਿਨ ਰਾਤ ਦੇ ਵਿੱਚ ਅਸੀਂ ਲੈਂਦੇ ਹਾਂ, ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਕਰਨ ਦੇ ਨਾਲ 24,000 ਸਫਲ ਹੋ ਜਾਂਦੇ ਨੇ। ਦਿਨ ਰਾਤ ਦੀ ਜ਼ਿੰਦਗੀ ਤੇ ਸਵਾਸ ਸਫਲ ਹੁੰਦੇ ਨੇ। ਇਹ ਕਿੱਡਾ ਵੱਡਾ ਸਤਿਗੁਰੂ ਮਹਾਰਾਜ ਦਾ ਪਰਉਪਕਾਰ ਹੈ। ਪਰ ਇੱਥੇ ਵੀ ਦਾਸ ਅਰਜ਼ ਕਰ ਦੇਵੇ, ਕਿਤੇ ਇਹ ਸਮਝ ਕੇ ਬਈ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਹੀ 24,000 ਸਵਾਸ ਸਫਲ ਹੋ ਜਾਂਦੇ ਨੇ, ਵੀ ਹੋਰ ਬਾਣੀ ਪੜ੍ਹਨੀ ਛੱਡ ਹੀ ਦੇਈਏ, ਐਸੀ ਕਦੀ ਵੀ ਗੁਸਤਾਖੀ ਨਹੀਂ ਕਰਨੀ। ਸਤਿਗੁਰੂ ਦਾ ਹੁਕਮ ਹੈ ਅੰਮ੍ਰਿਤ ਵੇਲੇ 5 ਬਾਣੀਆਂ ਦਾ ਪਾਠ ਕਰਨਾ। ਉਸ ਤੋਂ ਬਾਅਦ ਤੁਸੀਂ ਹੋਰ ਕੋਈ ਵੀ ਬਾਣੀ ਪੜ੍ਹ ਸਕਦੇ ਹੋ, ਸੁਖਮਨੀ ਸਾਹਿਬ ਵੀ ਪੜ੍ਹ ਸਕਦੇ ਹੋ, ਆਸਾ ਜੀ ਦੀ ਵਾਰ ਵੀ ਪੜ੍ਹ ਸੁਣ ਸਕਦੇ ਹੋ, ਅਤੇ ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਵੀ ਅਤੀ ਜ਼ਰੂਰੀ ਹੈ। ਤੇ ਸੌਣ ਲੱਗਿਆਂ ਸੋਹਲੇ ਦਾ ਪਾਠ ਕਰਨਾ ਵੀ ਗੁਰਸਿੱਖ ਲਈ ਸਤਿਗੁਰੂ ਦਾ ਜ਼ਰੂਰੀ ਫਰਮਾਨ ਹੈ। ਇਸ ਲਈ ਨਿਤਨੇਮ ਦੀਆਂ ਬਾਣੀਆਂ ਵੀ ਪੜ੍ਹਨੀਆਂ ਨੇ ਤੇ ਇਹ ਸੁਖਮਨੀ ਸਾਹਿਬ ਬਾਣੀ ਦਾ ਪਾਠ ਵੀ ਕਰਨਾ। ਜਿੰਨਾ ਵੀ ਹੋ ਸਕੇ ਬਾਣੀ ਨੂੰ ਘਟਾਉਣਾ ਨਹੀਂ, ਵੱਧ ਪੜ੍ਹਨ ਦਾ ਯਤਨ ਕਰਨਾ। ਕਈ ਪ੍ਰੇਮੀ ਕਹਿੰਦੇ ਚਲੋ ਸੁਖਮਨੀ ਸਾਹਿਬ ਦਾ ਪਾਠ ਹੀ ਕਰ ਲਓ, ਬਾਕੀ ਨਿਤਨੇਮ ਛੱਡ ਦਿੰਦੇ ਨੇ। ਪਰ ਨਹੀਂ, ਸਤਿਗੁਰੂ ਦਾ ਹੁਕਮ ਹੈ ਪਹਿਲਾਂ ਨਿਤਨੇਮ ਤੇ ਫਿਰ ਉਸ ਤੋਂ ਬਾਅਦ ਹੋਰ ਬਾਣੀ ਦਾ ਪਾਠ, ਜਾਪ, ਅਭਿਆਸ ਤੁਸੀਂ ਜਿੰਨਾ ਮਰਜ਼ੀ ਕਰ ਲਓ, ਇਹ ਤੁਹਾਡੀ ਮਰਜ਼ੀ ਹੈ। ਸਤਿਗੁਰੂ ਤਾਂ ਇਹ ਵੀ ਕਹਿੰਦੇ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਅਤੇ ਇਸ ਦੇ ਨਾਲ ਨਾਲ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਟਕਸਾਲ ਦੇ ਹੋਰ ਦੂਜੇ ਮਹਾਂਪੁਰਖ ਵੀ ਇਹ ਵਿਚਾਰ ਦੱਸਦੇ ਹਨ ਕਿ ਜਿਹੜੇ ਗੁਰਸਿੱਖ ਮਾਈ ਭਾਈ
ਸਵਾਸ ਸਵਾਸ ਸਿਮਰਨ ਕਰਦੇ ਹਨ। ਤੇ ਕਈ ਵਾਰੀ ਸਿਮਰਨ ਕਰਦਿਆਂ ਹੋਇਆਂ ਕੋਈ ਅੰਨ ਪਾਣੀ ਵੀ ਛਕੀਦਾ ਹੈ, ਕੋਈ ਕਿਰਿਆ ਵੀ ਕਰੀਦੀ ਹੈ, ਤੇ ਜਿਹੜਾ ਸਵਾਸ ਸਵਾਸ ਦਾ ਸਿਮਰਨ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਫਰਕ ਵੀ ਰਹਿ ਜਾਂਦਾ ਹੈ। ਤੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਉਹ ਜਿਹੜੇ ਸਿਮਰਨ ਕਰਨ ਵਾਲੇ ਗੁਰਮੁਖ ਪਿਆਰੇ ਗੁਰਸਿੱਖ ਮਾਈ ਭਾਈ ਹਨ, ਤੇ ਉਹਨਾਂ ਨੂੰ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਅਵਸ਼ ਕਰਨਾ ਚਾਹੀਦਾ ਹੈ। ਵੀ ਜਿਹੜਾ ਕੋਈ ਸਿਮਰਨ ਦੇ ਵਿੱਚ ਗੈਪ ਰਹਿ ਜਾਂਦਾ ਹੈ, ਜਦੋਂ ਅਸੀਂ ਇਹ ਬਾਣੀ ਦਾ ਪਾਠ ਕਰ ਲਈਏ ਤੇ ਉਹ ਜਿਹੜਾ ਗੈਪ ਵਿੱਚ ਅੰਤਰਾਲ ਹੁੰਦਾ ਹੈ ਉਹ ਮਿਟ ਜਾਂਦਾ ਹੈ, ਤੇ ਸਵਾਸ ਗ੍ਰਾਸ ਸਿਮਰਨ ਦਾ ਫਲ ਬਾਣੀ ਪੜ੍ਹ ਕੇ ਸਾਨੂੰ ਸੰਪੂਰਨ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਇਸ ਬਾਣੀ ਦੀ ਇਹ ਵੀ ਮਹਾਨਤਾ ਹੈ। ਇਸ ਬਾਣੀ ਨੂੰ ਪੜ੍ਹਨ ਦਾ ਸਮਾਂ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁਰਾਤਨ ਸਮੇਂ ਦੇ ਵਿੱਚ ਨਿਯਤ ਕੀਤਾ ਸੀ, ਜੋ ਕੁਝ ਅਸੀਂ ਆਪਣੇ ਪਿਛਲੇ ਸਮੇਂ ਦੇ ਵਿੱਚ ਦੇਖਦੇ ਵੀ ਰਹੇ ਹਾਂ, ਔਰ ਉਹ ਅੰਮ੍ਰਿਤ ਵੇਲਾ ਹੀ ਮੁੱਖ ਸੀ। ਕਈ ਪਿੰਡਾਂ ਵਿੱਚ ਤਾਂ ਹੁਣ ਵੀ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ, ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਜਾਂਦਾ ਹੈ। ਪਰ ਜੋ ਸਤਿਗੁਰੂ ਦੀ ਤੇ ਜੋ ਪੰਥ ਦੀ ਮਰਜ਼ਾਦਾ ਹੈ ਉਹਦੇ ਮੁਤਾਬਕ ਪਹਿਲਾਂ 5 ਬਾਣੀਆਂ ਦਾ ਨਿਤਨੇਮ, ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਬਾਣੀ ਦਾ ਪਾਠ, ਤੇ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ, ਤੇ ਹੋਰ ਕਥਾ ਵਿਚਾਰ ਹੋਣੀ ਚਾਹੀਦੀ ਹੈ। ਮਰਜ਼ਾਦਾ ਇਹੀ ਹੈ, ਕਿਉਂਕਿ ਗੁਰਬਿਲਾਸ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਗਏ ਹਨ, ਪ੍ਰਾਤ ਸਮੇਂ ਜੋ ਸੁਖਮਨੀ ਪੜ੍ਹੈ ਕੋ ਹਿਤ ਧਾਰ, ਤਾਂ ਕਿ ਫਲ ਸਭੀ ਹੀ ਲਹੈ ਸੁਨੈ ਲਹੈ ਫਲ ਚਾਰ। ਵੀ ਜਿਹੜਾ ਪ੍ਰਾਤ ਸਮੇਂ ਦਾ ਅਰਥ ਹੈ ਅੰਮ੍ਰਿਤ ਵੇਲਾ। ਜਦੋਂ ਅਸੀਂ ਦੂਸਰਾ ਨਿਤਨੇਮ ਕਰ ਲੈਨੇ ਉਸ ਦੇ ਨਾਲ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਲੈਣਾ ਚਾਹੀਦਾ। ਤੇ ਜੇ ਕੋਈ ਇਸ ਤਰ੍ਹਾਂ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰੇਗਾ ਤੇ ਸਤਿਗੁਰੂ ਕਹਿੰਦੇ ਨੇ ਤੇ ਉਹਨੂੰ ਸਾਰੇ ਫਲ ਵੀ ਪ੍ਰਾਪਤ ਹੋਣਗੇ, ਤੇ ਪੜ੍ਹਨ ਸੁਣਨ ਵਾਲੇ ਸਾਰੇ ਹੀ 4 ਫਲ ਧਰਮ ਅਰਥ ਕਾਮ ਤੇ ਮੋਕਸ਼ ਪ੍ਰਾਪਤ ਕਰ ਲੈਂਦੇ ਹਨ। ਇਸੇ ਤਰ੍ਹਾਂ ਇਹ ਬਾਣੀ ਪੜ੍ਹਨ ਦਾ ਅਧਿਕਾਰ ਹਰ ਕਿਸੇ ਵਿਅਕਤੀ ਨੂੰ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕੋਈ ਉੱਚੀ ਜਾਤ ਵਾਲਾ ਹੈ, ਚਾਹੇ ਨੀਵੀਂ ਜਾਤ ਵਾਲਾ ਹੈ। ਉੱਥੇ ਸਤਿਗੁਰੂ ਦੇ ਇਹ ਵੀ ਬਚਨ ਆਏ ਨੇ, ਊਚ ਨੀਚ ਜਨ ਜੋ ਪੜ੍ਹੈ ਕਾਲ ਨਿਕਟ ਨਹਿ ਆਏ, ਅੰਤ ਸਮੇਂ ਸਿਮਰਤ ਸੋ ਗੁਰ ਪਰਮ ਤਾਮ ਪੁੰਨ ਪਾਏ। ਜਿਹੜਾ ਰੋਜ਼ਾਨਾ ਭਾਈ ਇਸ ਬਾਣੀ ਦਾ ਪਾਠ ਕਰਦਾ ਹੈ ਉਹਦੇ ਨੇੜੇ ਕਾਲ ਵੀ ਨਹੀਂ ਆਉਂਦਾ। ਇਸੇ ਲਈ ਇਹ ਵੀ ਇੱਕ ਗੁਰਸਿੱਖ ਘਰਾਣਿਆਂ ਵਿੱਚ ਰੀਤ ਚਲੀ ਆਉਂਦੀ ਹੈ, ਜਦੋਂ ਕੋਈ ਆਦਮੀ ਬਿਮਾਰ ਹੋ ਜਾਂਦਾ ਹੈ ਤੇ ਮਰਨ ਕਿਨਾਰੇ ਚਲਿਆ ਜਾਂਦਾ ਹੈ, ਕਹਿੰਦੇ ਨੇ ਹੁਣ ਇਹਦੇ ਕੋਲੇ ਸੁਖਮਨੀ ਸਾਹਿਬ ਦਾ ਪਾਠ ਕਰੋ। ਸੁਖਮਨੀ ਸਾਹਿਬ ਜੀ ਦੇ ਪਾਠ ਦਾ ਇਹ ਵੀ ਇੱਕ ਮਹਾਤਮ ਹੈ। ਇਹ ਸਤਿਗੁਰੂ ਦੀ ਆਪ ਇਹ ਉਚਾਰਨ ਕੀਤੀ ਹੋਈ ਬਾਣੀ ਹੈ ਵੀ ਉਹਦੇ ਨੇੜੇ ਕਾਲ ਨਹੀਂ ਆਉਂਦਾ, ਉਹਦੇ ਨੇੜੇ ਜਮਦੂਤ ਨਹੀਂ ਆਉਂਦਾ, ਉਹ ਪਰਮ ਧਾਮ ਦੇ ਵਿੱਚ ਗੁਰਪੁਰੀ ਵਿੱਚ ਪਹੁੰਚ ਜਾਂਦਾ ਹੈ। ਇਸ ਬਾਣੀ ਦਾ ਮਹਾਤਮ ਹੈ। ਔਰ ਇਸ ਬਾਣੀ ਨੂੰ ਉਚਾਰਨ ਦੇ ਬਾਰੇ ਵੀ ਗੁਰਬਿਲਾਸ ਦੇ ਵਿੱਚ ਇਹ ਬਚਨ ਆਏ ਨੇ। ਜਦੋਂ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਤਾਂ ਉਸ ਵੇਲੇ ਰਾਮਸਰ ਸਾਹਿਬ ਬੇਰੀ ਦੇ ਬਿਰਛ ਹੇਠਾਂ ਬੈਠ ਕੇ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ। ਤਬ ਗੁਰਮੁਖ ਸੁਖਮਨੀ ਉਚਾਰੀ, ਮਨਨ ਮਾਲ ਮਾਨੋ ਔਰ ਧਾਰੀ, 24,000 ਅੱਛਰ ਇਹ ਧਾਰੇ, ਜਾ ਕੀ ਉਪਮਾ ਧਰੇ ਜਾ ਕੀ ਉਪਮਾ ਸ੍ਰੀ ਮੁਖ ਰਰੈ। ਇਉਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਵਾਲੀ ਇਹ ਬਾਣੀ ਉਚਾਰਨ ਕੀਤੀ, ਤੇ ਇਹਦੀ ਮਹਿਮਾ ਸਤਿਗੁਰੂ ਮਹਾਰਾਜ ਨੇ ਆਪ ਉਚਾਰਨ ਕੀਤੀ। ਸੁਖਮਨੀ ਇਸ ਬਾਣੀ ਦਾ ਨਾਮ ਵੀ ਗੁਰੂ ਮਹਾਰਾਜ ਨੇ ਆਪ ਲਿਖਿਆ। ਸੁਖਮਨੀ ਦਾ ਅਰਥ ਹੈ ਸੁਖਾਂ ਦੀ ਮਣੀ, ਕਿਉਂਕਿ ਮਣੀਆਂ ਤਾਂ ਹੋਰ ਵੀ ਨੇ। ਮਣੀ ਹੀਰੇ ਮੋਤੀਆਂ ਵਾਂਗੂ ਇੱਕ ਮਣੀ ਵੀ ਇੱਕ ਕੀਮਤੀ ਇੱਕ ਪੱਥਰ ਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਸੁਖਾਂ ਦੀ ਮਣੀ ਹੈ। ਇਹ ਕੋਈ ਪੱਥਰਾਂ ਦੀ ਮਣੀ ਨਹੀਂ। ਜਿਹੜੀਆਂ ਦੂਸਰੀਆਂ ਮਣੀਆਂ ਨੇ ਉਹਨਾਂ ਦੇ ਬਾਰੇ ਸਤਿਗੁਰੂ ਦਾ ਫਰਮਾਨ ਹੈ, ਖਾਰ ਸਮੁੰਦਰ ਢੰਡੋਲੀ ਹੈ, ਇੱਕ ਮਣੀਆਂ ਪਾਵੈ, 2 ਦਿਨ 4 ਸੁਹਾਵਨਾ ਮਾਟੀ ਤਿਸ ਖਾਵੇ। ਇਤਿਹਾਸ ਵਿੱਚ ਇੱਕ ਹੋਰ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰ ਚੁੱਕੇ ਸਨ
ਤੇ ਸੁਖਮਨੀ ਸਾਹਿਬ ਬਾਣੀ ਦਾ ਪ੍ਰਚਾਰ ਸੰਗਤਾਂ ਵਿੱਚ ਇੰਨਾ ਹੋਇਆ, ਬਹੁਤ ਸਾਰੇ ਗੁਰਸਿੱਖ ਮਾਈ ਪਾਈ ਰੋਜ਼ਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗੇ। ਇਤਿਹਾਸ ਵਿੱਚ ਇੱਕ ਐਸੀ ਵੀ ਘਟਨਾ ਆਉਂਦੀ ਹੈ, ਲਾਹੌਰ ਦੇ ਵਿੱਚ ਜਹਾਂਗੀਰ ਬਾਦਸ਼ਾਹ ਸੀ, ਉਹਦਾ ਇੱਕ ਅਹਿਲੇ ਵਜ਼ੀਰ ਖਾਂ ਸੀ, ਔਰ ਉਹ ਬੜਾ ਧਾਰਮਿਕ ਖਿਆਲਾਂ ਦਾ ਨੇਕ ਆਦਮੀ ਸੀ। ਉਹਦੇ ਪੇਟ ਵਿੱਚ ਜਲੋਦਰ ਦੀ ਬਿਮਾਰੀ ਸੀ, ਪੇਟ ਵਿੱਚ ਪਾਣੀ ਭਰ ਜਾਂਦਾ ਤੇ ਬੜੀ ਉਹਨੂੰ ਤਕਲੀਫ ਹੁੰਦੀ। ਇੱਕ ਦਿਨ ਉਹ ਆਪਣੀ ਤਕਲੀਫ ਦੇ ਨਾਲ ਬਹੁਤ ਦੁਖੀ ਆਪਣੇ ਘਰ ਦੇ ਵਿੱਚ ਪਿਆ ਹਾਏ ਕੁਰਲਾਪ ਕਰ ਰਿਹਾ ਸੀ। ਕੋਈ ਗੁਰੂ ਦਾ ਪਿਆਰਾ ਗੁਰਸਿੱਖ ਉਥੋਂ ਕੋਲ ਦੀ ਲੰਘਿਆ ਤਾਂ ਉਸ ਵੇਲੇ ਉਸਨੇ ਸੁਖਮਨੀ ਸਾਹਿਬ ਜੀ ਦਾ ਉੱਚੀ ਧੁਨੀ ਦੇ ਵਿੱਚ ਪਾਠ ਉਚਾਰਨ ਕੀਤਾ ਤੇ ਪਾਠ ਉਚਾਰਨ ਕਰਦਾ ਤੁਰਿਆ ਜਾ ਰਿਹਾ ਸੀ। ਜਦੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਵਜ਼ੀਰ ਖਾਂ ਦੇ ਕੰਨਾਂ ਦੇ ਵਿੱਚ ਪਈ ਤਾਂ ਕਹਿੰਦੇ ਨੇ ਉਸ ਵੇਲੇ ਉਹਨੂੰ ਵਕਤੀ ਤੌਰ ਤੇ ਆਪਣੀ ਪੀੜਾ ਭੁੱਲ ਗਈ, ਦੁੱਖ ਭੁੱਲ ਗਿਆ ਤੇ ਬੜਾ ਮਨ ਦੇ ਵਿੱਚ ਹੈਰਾਨ ਹੋਇਆ। ਕਹਿੰਦਾ ਵੀ ਇਹ ਬਾਣੀ ਕਿਸ ਦੀ ਬਾਣੀ ਹੈ? ਇਸ ਬਾਣੀ ਨੂੰ ਸੁਣ ਕੇ ਮੇਰਾ ਦੁੱਖ ਭੁੱਲ ਗਿਆ ਹੈ। ਆਖਰ ਉਸਨੇ ਆਪਣੇ ਇੱਕ ਨੌਕਰ ਨੂੰ ਭੇਜਿਆ ਵੀ ਜਾ ਕੇ ਵੇਖ ਕੇ ਆ ਵੀ ਇਹ ਕੌਣ ਹੈ ਤੇ ਕਿਸ ਦੀ ਬਾਣੀ ਪੜ੍ਹ ਰਿਹਾ ਹੈ। ਉਹ ਸੇਵਾਦਾਰ ਨੇ ਜਾ ਕੇ ਗੁਰਸਿੱਖ ਨੂੰ ਵੇਖਿਆ ਤੇ ਨਾਲ ਬੇਨਤੀ ਕੀਤੀ। ਕਹਿਣ ਲੱਗਾ ਤੁਹਾਨੂੰ ਵਜ਼ੀਰ ਖਾਂ ਨੇ ਬੁਲਾਇਆ ਹੈ। ਉਹ ਗੁਰਸਿੱਖ ਵਜ਼ੀਰ ਖਾਂ ਦੇ ਕੋਲ ਆਇਆ ਤੇ ਵਜ਼ੀਰ ਖਾਂ ਨੇ ਬੜੇ ਸਤਿਕਾਰ ਤੇ ਬੜੀ ਨਿਮਰਤਾ ਨਾਲ ਆਖਿਆ ਵੀ ਗੁਰਮੁਖਾ ਤੂੰ ਮੈਨੂੰ ਇਹ ਦੱਸ ਤੂੰ ਇਹ ਕਿਸ ਦੀ ਬਾਣੀ ਪੜ੍ਹ ਰਿਹਾ ਸੀ? ਤਾਂ ਉਸ ਗੁਰਸਿੱਖ ਨੇ ਆਖਿਆ ਸੱਚੇ ਪਾਤਸ਼ਾਹ ਮੈਂ ਆਪਣੇ ਗੁਰੂ ਦੀ ਬਾਣੀ ਪੜ੍ਹ ਰਿਹਾ ਹਾਂ, ਇਹ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ। ਤਾਂ ਉਸ ਵੇਲੇ ਵਜ਼ੀਰ ਖਾਂ ਕਹਿਣ ਲੱਗਾ ਗੁਰਸਿੱਖਾ ਮੈਂ ਇੱਕ ਦਿਨ ਥੋੜ੍ਹੀ ਜਿਹੀ ਬਾਣੀ ਸੁਣੀ, ਉਹਦੇ ਨਾਲ ਮੈਨੂੰ ਦੁੱਖ ਤੋਂ ਰਾਹਤ ਮਿਲੀ ਹੈ। ਜੇ ਤੂੰ ਮੇਰੇ ਤੇ ਪਰਉਪਕਾਰ ਕਰ ਦੇਵੇਂ ਤੇ ਇਹ ਬਾਣੀ ਦਾ ਰੋਜ਼ ਮੈਨੂੰ ਪਾਠ ਸੁਣਾਉਣ ਲੱਗ ਪਵੇਂ, ਮੈਨੂੰ ਭਰੋਸਾ ਹੈ, ਮੈਨੂੰ ਯਕੀਨ ਹੈ ਮੇਰਾ ਸਾਰਾ ਦੁੱਖ ਮਿਟ ਸਕਦਾ ਹੈ। ਤੇ ਸੱਚਮੁੱਚ ਉਸੇ ਤਰ੍ਹਾਂ ਹੀ ਹੋਇਆ। ਉਸ ਨੇ ਉਸ ਗੁਰਸਿੱਖ ਨੂੰ ਹਮੇਸ਼ਾ ਆਪਣੇ ਘਰ ਬੁਲਾ ਕੇ ਉਹਦੇ ਕੋਲੋਂ ਸੁਖਮਨੀ ਸਾਹਿਬ ਬਾਣੀ ਦਾ ਪਾਠ ਸੁਣਦਾ ਰਿਹਾ। ਇਹਦੇ ਨਾਲ ਕਹਿੰਦੇ ਉਹਨੂੰ ਸਾਰਾ ਹੀ ਦੁੱਖ ਭੁੱਲ ਗਿਆ। ਇਸ ਢੰਗ ਦੇ ਨਾਲ ਇਹ ਬਾਣੀ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਸੁੱਖਾਂ ਦੀ ਮਣੀ ਹੈ। ਕੋਈ ਵੀ ਇੱਛਾ ਨੂੰ ਲੈ ਕੇ ਇਸ ਬਾਣੀ ਦਾ ਪਾਠ ਕਰੇ ਤੇ ਉਹਦੀ ਉਹ ਇੱਛਾ ਵੀ ਪੂਰੀ ਹੋ ਜਾਂਦੀ ਹੈ। ਇਹ ਐਸੀ ਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਲਓ ਹੁਣ ਇਸ ਬਾਣੀ ਦਾ ਜਿਹੜਾ ਸਾਰ ਅੰਸ਼ ਹੈ ਉਹ ਹੈ ਰਹਾਉ ਦੀਆਂ ਪੰਕਤੀਆਂ ਵਿੱਚ। ਯਾਦ ਰੱਖੋ ਇਸ ਬਾਣੀ ਵਿੱਚ ਗੁਰੂ ਮਹਾਰਾਜ ਨੇ ਕੇਵਲ ਇੱਕੋ ਹੀ ਰਹਾਉ ਲਿਖਿਆ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਇਹ ਹੈ ਸਾਰੀ ਸੁਖਮਨੀ ਦਾ ਕੇਂਦਰੀ ਸਿਧਾਂਤ। ਸਤਿਗੁਰੂ ਕਹਿੰਦੇ ਨੇ ਸੁਖਮਨੀ ਇਹ ਬਾਣੀ ਸੁਖਾਂ ਦੀ ਮਣੀ ਹੈ ਜਾਂ ਸੁਖਮਨੀ ਇਹ ਮਣਾ ਮੂੰਹ ਸੁਖ ਦੇਣ ਵਾਲੀ ਹੈ। ਤੇ ਸੁਖ ਅੰਮ੍ਰਿਤ ਪ੍ਰਭ ਨਾਮ ਇਹ ਸੁਖਮਨੀ ਬਾਣੀ ਦਾ ਸਿਧਾਂਤ ਇਹ ਹੈ ਅਸਲੀ ਸੁਖ ਰੂਪ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਹੈ। ਜੇ ਕਿਸੇ ਨੇ ਸੁਖ ਪ੍ਰਾਪਤ ਕਰਨਾ ਹੈ ਤੇ ਫਿਰ ਉਹ ਨਾਮ ਦੇ ਨਾਲ ਜੁੜੇ। ਨਾਮ ਹੀ ਅਸਲੀ ਸੁਖ ਦਾ ਸਮੂਹ ਹੈ, ਨਾਮ ਹੀ ਅਸਲੀ ਸੁਖਾਂ ਦਾ ਭੰਡਾਰ ਹੈ। ਇਹ ਸੁਖਮਨੀ ਬਾਣੀ ਦਾ ਸਿਧਾਂਤ ਹੈ ਵੀ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੀ ਅਸਲੀ ਸੁਖਾਂ ਦਾ ਸੋਮਾ ਹੈ। ਇਹ ਹੈ ਕਿੱਥੇ? ਭਗਤ ਜਨਾਂ ਕਾ ਮਨ ਬਿਸਰਾਮ। ਜਿਹੜੇ ਭਗਤੀ ਕਰਨ ਵਾਲੇ ਨੇ, ਚਾਰ ਪ੍ਰਕਾਰ ਦੇ ਭਗਤ ਮੰਨੇ ਨੇ। ਇੱਕ ਆਰਤ ਭਗਤ ਹੁੰਦੇ ਨੇ, ਇੱਕ ਅਰਥਾਰਥੀ ਭਗਤ ਹੁੰਦੇ ਨੇ, ਇੱਕ ਪ੍ਰੇਮੀ ਭਗਤ ਹੁੰਦੇ ਨੇ ਤੇ ਦੂਸਰੇ ਗਿਆਨਵਾਨ ਭਗਤ ਹੁੰਦੇ ਨੇ। ਜਿੰਨੇ ਵੀ ਭਗਤ ਨੇ ਉਹਨਾਂ ਭਗਤ ਜਨਾਂ ਦੇ ਮਨ ਦੇ ਵਿੱਚ ਇਸ ਨਾਮ ਦਾ ਵਿਸਰਾਮ ਹੁੰਦਾ, ਨਾਮ ਦਾ ਟਿਕਾਣਾ ਹੁੰਦਾ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਸੇ ਹੀ ਸਿਧਾਂਤ ਦੇ ਆਲੇ ਦੁਆਲੇ ਸਾਰੀ ਬਾਣੀ ਦਾ ਸਿਧਾਂਤ ਇਹ ਘੁੰਮ ਰਿਹਾ ਹੈ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਅੰਮ੍ਰਿਤ ਰੂਪ ਬਾਣੀ
ਸੁਖਮਨੀ ਸਾਹਿਬ ਜੀ ਦਾ ਆਰੰਭ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਆਦਿ ਗੁਰ ਏ ਨਮਹਿ, ਜੁਗਾਦਿ ਗੁਰ ਏ ਨਮਹਿ। ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਗੌੜੀ ਰਾਗ ਦਾ ਨਾਮ ਹੈ ਤੇ ਸੁਖਮਨੀ ਬਾਣੀ ਦਾ ਨਾਮ ਹੈ। ਸੁਖਮਨੀ ਜੋ ਮਨ ਨੂੰ ਸੁਖ ਦੇਣ ਵਾਲੀ, ਅਥਵਾ ਸੁਖਾਂ ਦੀ ਮਣੀ, ਅਥਵਾ ਮਨਾਂ ਨੂੰ ਸੁਖ ਦੇਣ ਵਾਲੀ, ਇਸ ਤਰ੍ਹਾਂ ਵਿਦਵਾਨਾਂ ਨੇ ਇਸ ਦੇ ਕਈ ਅਰਥ ਕੀਤੇ ਹਨ। ਅਸਲੀ ਅਰਥ ਸੁਖਮਨੀ, ਸੁਖਾਂ ਦੀ ਮਣੀ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਇੱਕ ਬੜੀ ਮੌਲਿਕ ਰਚਨਾ ਹੈ ਔਰ ਇਹਦੀ ਜਿਹੜੀ ਬਣਤਰ ਹੈ, ਗੁਰੂ ਮਹਾਰਾਜ ਨੇ ਪਹਿਲਾਂ ਇੱਕ ਸ਼ਲੋਕ ਲਿਖਿਆ ਹੈ ਤੇ ਜਿਹੜੀ ਸ਼ਲੋਕ ਦੀ ਸ਼ੈਲੀ ਹੈ ਉਹ ਦੋਹਰੇ ਕਿਸਮ ਦੀ ਹੈ ਤੇ ਜਿਹੜੀ ਅਸ਼ਟਪਦੀ ਹੈ ਉਹਦੀ ਜਿਹੜੀ ਚਾਲ ਹੈ ਚੌਪੀ ਛੰਦ ਦੇ ਨਾਲ ਰਲਦੀ ਮਿਲਦੀ ਹੈ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਪਹਿਲਾਂ ਇੱਕ ਸ਼ਲੋਕ ਤੇ ਫਿਰ ਅੱਗੇ ਅਸ਼ਟਪਦੀ ਲਿਖੀ ਹੈ। ਸ਼ਲੋਕ ਵਿੱਚ ਮੁੱਖ ਸਿਧਾਂਤ ਗੁਰੂ ਮਹਾਰਾਜ ਨੇ ਵਰਣਨ ਕੀਤਾ ਹੈ ਤੇ ਅਸ਼ਟਪਦੀ ਵਿੱਚ ਉਸੇ ਸਿਧਾਂਤ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਵਿਆਖਿਆ ਦੇ ਰੂਪ ਦੇ ਵਿੱਚ ਖੋਲ੍ਹ ਕੇ ਬਿਆਨ ਕੀਤਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਲਓ ਹੁਣ ਆਰੰਭ ਦੇ ਵਿੱਚ ਜਿਹੜਾ ਸ਼ਲੋਕ ਗੁਰੂ ਮਹਾਰਾਜ ਨੇ ਲਿਖਿਆ ਹੈ, ਇਹਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲਾਚਰਨ ਕਰਦੇ ਹਨ। ਆਦਿ ਗੁਰ ਏ ਨਮਹਿ, ਜਿਹੜਾ ਗੁਰ ਦੇ ਨਾਲ ਏ ਈੜੀ ਲਾਂ ਦੇ ਸਹਿਤ ਲੱਗੀ ਹੋਈ ਹੈ, ਇਹਦਾ ਸੰਬੰਧ ਕੀ ਉਚਾਰਨ ਕਰਨਾ। ਆਦਿ ਗੁਰ ਏ ਨਮਹਿ, ਨਾ ਇਸ ਨੂੰ ਪੂਰਾ ਅਲਾਗੀ ਕਰਨਾ ਹੈ ਤੇ ਨਾ ਹੀ ਇਸ ਨੂੰ ਗੁਰੇ ਪੜ੍ਹਨਾ ਹੈ, ਗੁਰੇ ਨਹੀਂ ਪੜ੍ਹਨਾ। ਸੰਬੰਧ ਕੀ ਉਚਾਰਨ ਕਰਨਾ ਹੈ। ਇਹ ਟਕਸਾਲ ਦੇ ਵਿੱਚ ਮਹਾਂਪੁਰਖ ਇਸੇ ਤਰ੍ਹਾਂ ਹੀ ਦੱਸਦੇ ਸਨ। ਆਦਿ ਗੁਰ ਏ ਨਮਹਿ, ਆਦਿ ਕਾਲ ਦੇ ਅੰਦਰ ਆਦਿ ਅੰਤ ਏਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਨੂੰ ਗੁਰੂ ਆਖਿਆ। ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਬਚਨ ਨੇ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਬਹੁਤ ਥਾਵਾਂ ਤੇ ਅਕਾਲ ਪੁਰਖ ਦੇ ਲਈ ਗੁਰੂ ਸ਼ਬਦ ਵਰਤਿਆ ਹੈ। ਇਸ ਲਈ ਐਸਾ ਅਕਾਲ ਪੁਰਖ ਹੀ ਗੁਰੂ ਹੈ, ਆਦਿ ਗੁਰ ਜੋ ਸਭ ਤੋਂ ਪਹਿਲਾਂ ਸੀ।